ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੋ, ਆਪਾਂ ਸਾਰੇ ਕਿ ਆਪਾਂ ਗੁਰੂ ਸਾਹਿਬ ਦਾ ਨਵੰਬਰ ਔਰ ਦਸੰਬਰ ਦਾ ਮਹੀਨਾ ਜਿਹੜਾ ਹੈ, ਜਨਵਰੀ ਦਾ ਮਹੀਨਾ ਜਿਹੜਾ ਹੈ, ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਸਾਹਿਬਜ਼ਾਦਿਆਂ ਦੇ ਨਾਲ ਅਟੈਚਡ ਕਈ ਕਿਸਮ ਦੀਆਂ ਜਿਹੜੇ ਗੁਰਪੁਰਬ ਨੇ, ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ, ਉਸ ਦੇ ਨਾਲ ਐਸੋਸੀਏਟਡ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ। ਔਰ ਹੁਣ ਅਸੀਂ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਗੁਰਪੁਰਬ ਹੈ, ਪ੍ਰਕਾਸ਼ ਦਿਹਾੜਾ, ਉਹ ਮਨਾ ਰਹੇ ਹਾਂ। ਇਹ ਜਿਹੜੇ ਅਸੀਂ ਗੁਰਪੁਰਬ ਜਾਂ ਕੋਈ ਵੀ ਹੋਰ ਪੁਰਬ ਮਨਾਉਂਦੇ ਹਾਂ, ਸਾਨੂੰ ਸਮਝਣ ਦੀ ਜ਼ਰੂਰਤ ਇਹ ਹੈ ਕਿ ਅਸੀਂ ਉਹ ਪੁਰਬ ਜਿਹੜੇ ਹੈ ਉਹ ਕਿਉਂ ਮਨਾ ਰਹੇ ਹਾਂ, ਉਸ ਦੇ ਪਿੱਛੇ ਸਾਡੀ ਕੀ ਮਨਸ਼ਾ ਹੈ। ਕੀ ਅਸੀਂ ਸਿਰਫ ਉਸ ਮਹਾਨ ਆਤਮਾ ਨੂੰ ਯਾਦ ਕਰ ਰਹੇ ਹਾਂ, ਕਿ ਅਸੀਂ ਸਿਰਫ ਉਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਹਾਂ ਉਹਨਾਂ, ਜਾਂ ਅਸੀਂ ਉਸ ਤੋਂ ਕੁਝ ਸਿੱਖ ਵੀ ਰਹੇ ਹਾਂ, ਜੋ ਉਸ ਮਹਾਨ ਆਤਮਾ ਦੀ, ਉਸ ਇਨਸਾਨ ਦੀ, ਉਸ ਗੋਡਲੀ ਫਿਗਰ ਦੀ ਅਸੀਂ ਉਸਨੂੰ ਜੋ ਮਰਜ਼ੀ ਨਾਮ ਦੇ ਦਈਏ, ਉਸਨੂੰ ਜੋ ਮਰਜ਼ੀ ਦਰਜਾ ਦੇ ਦਈਏ, ਅਗਰ ਅਸੀਂ ਉਸ ਸੈਲੀਬ੍ਰੇਟ ਕਰ ਰਹੇ ਹਾਂ ਤੇ ਕੀ ਅਸੀਂ ਉਸ ਦੇ ਜਿਹੜੇ ਗੁਣ ਸਨ ਉਹਨਾਂ ਤੋਂ ਕੁਝ ਸਿੱਖ ਰਹੇ ਹਾਂ? ਔਰ ਅਗਰ ਅਸੀਂ ਸਿੱਖ ਰਹੇ ਹਾਂ ਤੇ ਉਹਨਾਂ ਗੁਣਾਂ ਨੂੰ ਕੀ ਅਸੀਂ ਆਪਣੀ ਲਾਈਫ ਦੇ ਵਿੱਚ ਅਪਣਾ ਰਹੇ ਹਾਂ ਕਿ ਨਹੀਂ ਅਪਣਾ ਰਹੇ, ਆਪਣੀ ਲਾਈਫ ਨੂੰ ਬੈਟਰ ਬਣਾਉਣ ਵਾਸਤੇ। ਸਾਰੇ ਗੁਰੂ ਸਾਹਿਬਾਨ ਜਿਹੜੇ ਨੇ ਉਹ ਸਾਡੇ ਵਾਸਤੇ ਬਹੁਤ ਆਦਰਨੀय ਨੇ। ਅਸੀਂ ਉਹਨਾਂ ਸਾਰਿਆਂ ਦੇ ਸਾਹਮਣੇ ਆਪਣਾ ਸਿਰ ਨਿਵਾਉਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਸਾਰੀ ਦੁਨੀਆ ਜਿਹੜੀ ਹੈ ਉਹ ਸਿਰ ਨਿਵਾਉਂਦੀ ਹੈ। ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਨੇ, ਉਹਨਾਂ ਦੀਆਂ ਜੋ ਕੁਰਬਾਨੀਆਂ ਨੇ, ਜੋ ਉਹਨਾਂ ਦੀ ਸ਼ਖਸੀਅਤ ਹੈ, ਉਸ ਤੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਸੋ ਅੱਜ ਆਪਾਂ ਕੋਸ਼ਿਸ਼ ਇਹ ਕਰੀਏ ਕਿ ਇਹ ਦੇਖਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਜਿਹੜੇ ਨੇ, ਉਹਨਾਂ ਦੀ ਜਿਹੜੀ ਸ਼ਖਸੀਅਤ ਹੈ ਉਹ ਕੀ ਸੀ, ਔਰ ਅਸੀਂ ਉਹਨਾਂ ਦੀ ਸ਼ਖਸੀਅਤ ਤੋਂ ਕੀ ਸਿੱਖ ਸਕਦੇ ਹਾਂ। ਇੱਕ ਬਹੁਤ ਹੀ overwhelming task hai, very difficult task to completely comprehend and understand the multifaceted personality that Guru Gobind Singh Ji Maharaj have. ਪਰ ਆਪਾਂ ਕੋਸ਼ਿਸ਼ ਕਰੀਏ ਕਿ ਇੱਕ ਸੰਗਤੀ ਰੂਪ ਦੇ ਵਿੱਚ ਇਕੱਤਰ ਹੋ ਕੇ ਆਪਣੀ ਜਿਹੜੀ ਕਲੈਕਟਿਵ ਵਿਜ਼ਡਮ ਹੈ ਸਾਡੇ ਸਾਰਿਆਂ ਦੀ, ਉਹ ਕਲੈਕਟਿਵ ਵਿਜ਼ਡਮ ਨੂੰ ਅਸੀਂ ਬ੍ਰਿੰਗ ਟੂਗੈਦਰ ਕਰਕੇ ਅਗਰ ਅਸੀਂ ਉਹਨਾਂ ਦੇ ਬਾਰੇ ਕੁਝ ਸਿੱਖ ਸਕੀਏ, ਸਮਝ ਸਕੀਏ, ਔਰ ਉਸ ਤੋਂ ਕੁਝ ਆਪਣੀ ਲਾਈਫ ਦੇ ਵਿੱਚ ਇਨਗ੍ਰੇਨ ਕਰ ਸਕੀਏ। ਸੋ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਪੁੱਟ ਟੂਗੈਦਰ ਕੀਤੀ ਹੈ, ਪਰ ਇਹ ਆਪਣੇ ਆਪ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੰਪਲੀਟ ਨਹੀਂ ਹੈ। ਆਪ ਸਾਰਿਆਂ ਨੂੰ ਇੱਕ ਬੜੀ ਹੀ ਨਿਮਰ ਜਿਹੜੀ ਬੇਨਤੀ ਹੈ ਉਹ ਇਹ ਹੈ ਕਿ ਐਜ਼ ਆਈ ਸੈਟ ਦ ਸਟੇਜ, ਐਜ਼ ਆਈ ਸੈਟ ਦ ਬਾਲ ਰੋਲਿੰਗ, ਤੁਸੀਂ ਕਾਈਂਡਲੀ ਆਪਣਾ ਜਿਹੜਾ ਉਸ ਬਾਰੇ ਓਪੀਨੀਅਨ ਹੈ, ਆਪਣੇ ਵੱਲੋਂ ਜੋ ਤੁਹਾਡੀ ਐਡੀਸ਼ਨ ਹੈ, ਉਹ ਜ਼ਰੂਰ ਦਿਓ, ਤਾਂ ਕਿ ਅਸੀਂ ਇੱਕ ਬੈਟਰ ਅੰਡਰਸਟੈਂਡਿੰਗ ਜਿਹੜੀ ਹੈ ਉਸਨੂੰ ਡਿਵੈਲਪ ਕਰ ਸਕੀਏ। ਪਰ ਇਹ ਹੈ ਕਿ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰੀਏ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇਸ ਕੋਸ਼ਿਸ਼ ਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕਰੀਏ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਤੇ ਸਾਡੇ ਸਾਰਿਆਂ ਦੇ ਉੱਤੇ ਆਪਣੀ ਮਿਹਰ ਕਰ, ਤਾਂ ਕਿ ਅਸੀਂ ਤੇਰੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਸਕੀਏ। ਗੁਰੂ ਸਾਹਿਬ ਨੂੰ ਲੈ ਕੇ ਅਕਸਰ ਜਿਹੜਾ ਇੱਕ ਵਿਚਾਰ ਆਉਂਦਾ ਹੈ ਕਿ ਉਹਨਾਂ ਦੀ ਜਿਹੜੀ ਮਲਟੀਫੈਸੇਟਿਡ ਪਰਸਨੈਲਿਟੀ ਸੀ, ਉਸ ਦੇ ਵਿੱਚ ਇੱਕ ਸੰਤ ਦਾ ਜ਼ਿਕਰ ਆਉਂਦਾ ਹੈ, ਇੱਕ ਹਾਈਲੀ ਡਿਵਾਈਨ ਪਰਸਨੈਲਿਟੀ ਦਾ ਜ਼ਿਕਰ ਆਉਂਦਾ ਹੈ, ਇੱਕ ਸਿਪਾਹੀ ਦਾ ਜ਼ਿਕਰ ਆਉਂਦਾ ਹੈ, ਜਿਸ ਨੇ ਕਿ ਧਰਮ ਦੇ ਵਾਸਤੇ, ਇਨਜਸਟਿਸ ਦੇ ਅਗੇਂਸਟ ਆਪਣੀ ਆਵਾਜ਼ ਬੁਲੰਦ ਕੀਤੀ, ਔਰ ਸਿੱਖ ਕੌਮ ਨੂੰ ਇੱਕ ਸੰਤ ਸਿਪਾਹੀ ਬਣਾਇਆ ਹੈ, ਇੱਕ ਉਹ ਬ੍ਰਦਰਹੁੱਡ ਦਿੱਤੀ ਹੈ, ਖਾਲਸਾ ਬ੍ਰਦਰਹੁੱਡ,
ਜਿਹੜੀ ਕਿ ਕਿਤੇ ਵੀ ਇਨਜਸਟਿਸ ਦੇਖਦੀ ਹੈ ਤੇ ਉਸ ਦੇ ਅਗੇਂਸਟ ਖੜੀ ਹੁੰਦੀ ਹੈ। ਉਹ ਇੱਕ ਬੜੀ ਹੀ ਵਿਲੱਖਣ ਚੀਜ਼ ਹੈ। ਔਰ ਨਾਲ ਹੀ ਅਸੀਂ ਹਮੇਸ਼ਾ ਗੁਰੂ ਸਾਹਿਬ ਦਾ ਜਦੋਂ ਜ਼ਿਕਰ ਕਰਦੇ ਹਾਂ ਤੇ ਅਸੀਂ ਗੱਲ ਕਰਦੇ ਹਾਂ ਕਿ ਉਹ ਇੱਕ ਵਿਦਵਾਨ ਸਨ। ਔਰ ਗੁਰੂ ਸਾਹਿਬ ਨੇ ਜਿੱਥੇ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਉਹ ਲਿਖੀਆਂ ਨੇ, ਉੱਥੇ ਹੀ ਉਹਨਾਂ ਦੀ ਇੱਕ ਮੈਂ ਸਮਝਦਾ ਜਿਹੜੀ ਕਿ ਸਭ ਤੋਂ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ, ਸਿੰਗੂਲਰ ਕੰਟਰੀਬਿਊਸ਼ਨ, ਉਹ ਹੈ ਕਿ ਇਨ ਸਪਾਈਟ ਆਫ ਆਲ ਦ ਡਿਫਿਕਲਟੀਜ਼ ਦੈਟ ਹੀ ਵਾਸ ਫੇਸਿੰਗ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਸਨ ਉਹਨਾਂ ਨੂੰ ਕਲੈਕਟ ਕਰਕੇ ਉਸ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਐਡ ਕਰਕੇ ਔਰ ਉਸ ਦੀ ਜਿਹੜੀ ਇੱਕ ਫਾਈਨਲ ਕੰਪੋਜੀਸ਼ਨ ਸੀ ਉਸ ਨੂੰ ਗੁਰੂ ਦਾ ਦਰਜਾ ਦੇ ਕੇ ਇੱਕ ਇਟਰਨਲ ਗੁਰੂ ਦੇ ਤੌਰ ਤੇ ਸਾਡੀ ਝੋਲੀ ਦੇ ਵਿੱਚ ਪਾਇਆ। ਇਸ ਤੋਂ ਵੱਡੀ ਬਖਸ਼ਿਸ਼ ਉਸ ਪਰਮਾਤਮਾ ਦੀ, ਉਸ ਗੁਰੂ ਦੀ ਕੋਈ ਨਹੀਂ ਹੋ ਸਕਦੀ ਕਿ ਉਹ ਸਾਨੂੰ ਕਿਸੇ ਦੇ ਲੜ ਲਾ ਕੇ ਜਾ ਰਿਹਾ ਹੈ। ਔਰ ਕਿਹਦੇ ਲੜ ਲਾ ਕੇ ਜਾ ਰਿਹਾ ਹੈ? ਡਿਵਾਈਨ ਵਿਜ਼ਡਮ ਤੇ। ਔਰ ਦੂਸਰੀ ਆਪਾਂ ਗੱਲ ਕੀਤੀ ਵੀ ਜਿਹੜਾ ਖਾਲਸਾ ਸਿਰਜਣਾ ਉਹਨਾਂ ਨੇ ਕੀਤੀ ਹੈ, ਔਰ ਜਿਹੜੀ ਉਹਨਾਂ ਦੀ ਆਪਣੀ ਸਕਾਲਰਲੀ ਪਰਸਿਊਟਸ ਨੇ ਉਸ ਦੇ ਵਿੱਚ ਹਮੇਸ਼ਾ ਜਿਹੜਾ ਜ਼ਿਕਰ ਆਉਂਦਾ ਹੈ ਉਹ ਆਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਲਟੀਪਲ ਲੈਂਗੁਏਜਸ ਦੇ ਉੱਤੇ ਕਮਾਂਡ ਸੀਗਾ, ਜਿਸ ਦੇ ਵਿੱਚ ਕਿ ਬ੍ਰਜ, ਫਾਰਸੀ, ਗੁਰਮੁਖੀ, ਸੰਸਕ੍ਰਿਤ, ਹਿੰਦੀ, ਕਈ ਹੋਰ ਇਸ ਕਿਸਮ ਦੀਆਂ ਜਿਹੜੀਆਂ ਲੈਂਗੁਏਜਸ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੇ ਉੱਤੇ ਕਿ ਉਹਨਾਂ ਦਾ ਕਮਾਂਡ ਸੀਗਾ ਔਰ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੀ ਕੰਪੋਜੀਸ਼ਨਸ ਨੂੰ ਲਿਖਿਆ ਹੈ। Collectively we call them as the Dasam Granth, or ਉਸ ਦੇ ਵਿੱਚ there is a long list of different types of compositions which are attributed to him, ਔਰ ਨਾਲ ਹੀ ਉਸ ਦੇ ਵਿੱਚ ਆਉਂਦਾ ਹੈ ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਜਿਨ੍ਹਾਂ ਦਾ ਕਿ ਅਸੀਂ ਵਿਚਾਰ ਸੈਪਰੇਟਲੀ ਅਸੀਂ ਕਰ ਰਹੇ ਹਾਂ। ਉਹ ਇੱਕ ਐਸੇ ਕੋਡ ਆਫ ਕੰਡਕਟ ਨੇ ਜੋ ਕਿ ਹਿਸਟੋਰੀਕਲੀ ਪ੍ਰੂਵਡ ਫੈਕਟ ਹੈ ਕਿ ਵੀ ਗੁਰੂ ਸਾਹਿਬ ਨੇ ਉਹ ਨੰਦੇੜ ਦੇ ਵਿੱਚ 1708 ਦੇ ਆਸ-ਪਾਸ ਆਪਣੇ ਜਿਹੜੇ ਸਿੰਘ ਸਨ ਉਹਨਾਂ ਨੂੰ ਕੋਡ ਆਫ ਕੰਡਕਟ ਦਿੱਤਾ ਹੈ ਕਿ ਉਹ ਕਿਸ ਤਰ੍ਹਾਂ ਆਪਣੀ ਲਾਈਫ ਨੂੰ ਬਿਹਤਰ ਤਰੀਕੇ ਨਾਲ ਬਿਤਾ ਸਕਦੇ ਨੇ। ਔਰ ਉਹ ਜਿਹੜੇ 52 ਹੁਕਮ ਨੇ they basically form the basis of all the ਰਹਿਤਨਾਮਾਸ and they form the basis of the current Sikh code of conduct. ਸੋ ਆਪਾਂ ਗੁਰੂ ਸਾਹਿਬ ਦੀ ਜਿਹੜੀ ਬਹੁਪੱਖੀ ਪਰਸਨੈਲਿਟੀ ਹੈ ਉਸ ਨੂੰ ਸਮਝਣ ਦੀ ਜਿਸ ਵੇਲੇ ਕੋਸ਼ਿਸ਼ ਕਰਦੇ ਹਾਂ ਤੇ ਉਸ ਦੇ ਵਿੱਚ ਆਪਾਂ ਇੱਕ ਉਹਨਾਂ ਦਾ ਆਸਪੈਕਟ ਦੇਖਦੇ ਹਾਂ ਕਿ ਉਹ ਇੱਕ ਸਿਪਾਹੀ ਨੇ। ਅਕਸਰ ਸਾਡੇ ਦਿਮਾਗ ਦੇ ਵਿੱਚ ਜਿਹੜੀ ਗੱਲ ਆਉਂਦੀ ਹੈ ਕਿ ਗੁਰੂ ਸਾਹਿਬ ਜਿਹੜੇ ਸਨ he was continuously at war fighting the oppression of the regime. ਉਹਨਾਂ ਦੀ ਜਿਹੜੀ ਸਵਰਡਸਮੈਨਸ਼ਿਪ ਹੈ ਉਹ ਆਪਣੇ ਆਪ ਦੇ ਵਿੱਚ ਜਾਂ ਉਹਨਾਂ ਦੀ ਆਰਚਰੀ ਦੇ ਉੱਤੇ ਜਿਹੜਾ ਉਹਨਾਂ ਦਾ ਕਮਾਂਡ ਹੈ ਉਸ ਨੂੰ ਇੱਕ ਬੜਾ ਯੂਨੀਕ ਮੰਨਿਆ ਜਾਂਦਾ ਹੈ। Yes, he comes from a family of established warriors. Guru Hargobind Sahib और Guru Tegh Bahadur Sahib ਜਿਹੜੇ ਕਿ ਆਰਚਰੀ ਔਰ ਤੇਗ ਦੇ ਧਨੀ ਸਨ। So it can be expected of him to have that high level of control. He maintained a standing army also. ਪਰ ਅਸੀਂ ਅਗਰ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵੀ ਉਹਨਾਂ ਨੂੰ ਜਿਹੜੀਆਂ ਜੰਗਾਂ ਉਹਨਾਂ ਨੇ ਲੜੀਆਂ ਉਹ ਲੜਨ ਦੀ ਕਿਉਂ ਜ਼ਰੂਰਤ ਪਈ ਜਾਂ ਇਨ ਦੀ ਲਾਰਜਰ ਹਿਸਟੋਰੀਕਲ ਕੰਟੈਕਸਟ ਉਹਨਾਂ ਜੰਗਾਂ ਦੀ ਕੀ ਵੈਲਿਊ ਹੈ, ਤੇ ਉਸ ਨੂੰ ਸਮਝਣ ਦਾ ਇੱਕ ਬੜਾ ਅੱਛਾ ਤਰੀਕਾ ਇਹ ਹੈ ਕਿ if we look at the collective of all the wars that have been fought anywhere which are considered to be of any significance, ਛੋਟੀਆਂ ਹੋ ਸਕਦਾ ਜੰਗਾਂ ਜਿਹੜੀਆਂ ਨੇ ਉਹ ਕਈ ਹੋਰ ਵੀ ਹੁੰਦੀਆਂ ਹੋਣਗੀਆਂ ਜਿਹੜੀਆਂ ਹਿਸਟੋਰੀਅਨਸ ਨੇ ਰਿਕਾਰਡ ਸ਼ਾਇਦ ਨਾ ਕੀਤੀਆਂ ਹੋਣ, ਪਰ ਜੇ ਅਸੀਂ ਲਾਰਜਰ ਜਿਹੜਾ ਬੋਡੀ ਆਫ ਮਾਸ ਹੈ ਉਸ ਵੱਲ ਦੇਖੀਏ ਤੇ ਇਹ ਮੰਨਿਆ ਜਾਂਦਾ ਹੈ ਵੀ ਰਫਲੀ 1700 1750 ਦੇ ਕਰੀਬ ਵੱਡੀਆਂ ਜੰਗਾਂ ਜਿਹੜੀਆਂ ਨੇ ਉਹ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਕਿ ਰਫਲੀ 6 ਜਾਂ 7% ਐਸੀਆਂ ਸਨ ਜਿਨ੍ਹਾਂ ਦੇ ਪਿੱਛੇ ਕਿ ਕੋਈ ਰਿਲੀਜੀਅਸ ਕਾਜ਼ ਮੰਨਿਆ ਜਾਂਦਾ ਹੈ।
a very very small number, 7% ਜਿਹੜਾ ਹੈ ਉਹ ਇੱਕ ਬਹੁਤ small number ਹੈ। ਜਿਹੜੀਆਂ ਇਹ 7% ਦੀ ਆਪਾਂ ਜ਼ਿਕਰ ਕਰ ਰਹੇ ਹਾਂ ਉਹ ਜ਼ਿਆਦਾਤਰ 7% ਜਿਹੜੀਆਂ ਨੇ ਉਹ ਨੇ ਜਿਨ੍ਹਾਂ ਦੇ ਵਿੱਚ ਕਿ ਤੁਹਾਡੀਆਂ ਕਰੂਸੇਡਸ ਆ ਜਾਂਦੀਆਂ ਨੇ, ਜਿਹੜੀਆਂ ਕਿ ਕ੍ਰਿਸਚੀਅਨ ਚਰਚ ਜਿਹੜਾ ਹੈ, ਕੈਥੋਲਿਕ ਚਰਚ ਹੈ ਪ੍ਰਡੋਮੀਨੈਂਟਲੀ, ਉਸ ਨੇ ਲੜੀਆਂ ਕਾਹਦੇ ਵਾਸਤੇ? ਲਿਬਰੇਟ ਕਰਵਾਉਣ ਵਾਸਤੇ ਜਿਹੜੀਆਂ ਉਹਨਾਂ ਦੀਆਂ ਹੋਲੀ ਲੈਂਡਸ ਸਨ, ਹੋਲੀ ਲੈਂਡਸ ਜਿੱਥੇ ਕਿ ਜੀਸਸ ਕ੍ਰਾਈਸਟ ਦਾ ਜਨਮ ਹੋਇਆ। ਔਰ ਉਹ ਜਿਹੜੀਆਂ ਲੈਂਡਸ ਨੇ traditionally they have been under the control of the Arabs or the Turks, mostly Turks, but then Arabs came into the picture। ठीक है, predominantly in the beginning it was the Turks, यहाँ pagan ਸੀਗੇ। ਸੋ ਉਹਨਾਂ ਦੇ ਕੋਲੋਂ ਫ੍ਰੀ ਕਰਵਾਉਣ ਵਾਸਤੇ ਕ੍ਰਿਸਚੀਅਨ ਚਰਚ ਜਿਹੜਾ ਸੀ ਉਸਨੇ ਕਰੂਸੇਡਸ ਲੜੀਆਂ। ਹੁਣ ਇਹ ਜਿਹੜੀਆਂ ਜੰਗਾਂ ਨੇ on the surface they would appear ਕਿ they are religious wars, ਜਿਨ੍ਹਾਂ ਦੇ ਪਿੱਛੇ ਕੋਈ ਧਾਰਮਿਕ ਰੀਜ਼ਨ ਹੈ, ਬਟ ਅਸਲ ਦੇ ਵਿੱਚ ਹਿਸਟੋਰੀਅਨਸ ਇਹ ਮੰਨਦੇ ਨੇ ਕਿ ਉਸ ਦੇ ਪਿੱਛੇ ਹਿਸਟੋਰੀਕਲ ਰੀਜ਼ਨ ਨਹੀਂ ਸੀ। ਇਟ ਵਾਜ਼ ਏ ਕੌਨਕਸਟ ਆਫ ਲੈਂਡ। ਜਿਹੜੇ ਯੂਰਪੀਅਨ ਰੂਲਰ ਸੀਗੇ ਜਾਂ ਈਵਨ ਜਿਹੜਾ ਚਰਚ ਸੀ, ਬਿਕੋਜ਼ ਦੇਰ ਇਜ਼ ਅ ਪੀਰੀਅਡ ਆਫ ਟਾਈਮ ਆਫ ਆਲਮੋਸਟ ਲਾਈਕ 200-300 years ਜਦੋਂ ਕਿ ਜਿਹੜਾ ਪੋਪ ਸੀ, ਕੈਥੋਲਿਕ ਪੋਪ ਸੀ, ਉਹ ਜਿਹੜਾ ਬਾਦਸ਼ਾਹ ਸੀ ਉਸ ਨਾਲੋਂ ਕਿਤੇ ਜ਼ਿਆਦਾ ਸਟਰੋਂਗ ਸੀਗਾ। ਔਰ ਐਕਚੁਅਲੀ ਰਾਜ ਪੋਪ ਦਾ ਚੱਲਦਾ ਸੀਗਾ। ਪੋਪ ਵਾਜ਼ ਨਾਟ ਲਿਮਿਟਡ ਟੂ ਦ ਚਰਚ or the clergy or the religious affairs, but he ran the show also for the administrative purposes of the land। और ਜਿਹੜਾ ਬਾਦਸ਼ਾਹ ਸੀ ਉਹ ਉਸ ਦੇ ਅੰਡਰ ਹੁੰਦਾ ਸੀ ਅਕਸਰ, ਔਰ ਇੱਕ ਕਾਫੀ ਲੌਂਗ ਪੀਰੀਅਡ ਵਾਸਤੇ ਇਹ ਗੱਲ ਚੱਲੀ ਹੈ। ਪਰ ਉਹਨਾਂ ਹਿਸਟੋਰੀਅਨਸ ਦਾ ਇਹ ਮੰਨਣਾ ਹੈ ਕਿ ਭਾਵੇਂ ਉਹ ਬਾਦਸ਼ਾਹ ਸੀ ਜਾਂ ਪੋਪ ਸੀ ਜਾਂ ਕੋਈ ਵੀ ਸੀਗਾ, the conquest was for the land। ਲੇਕਿਨ ਹੁਣ ਮਸਲਾ ਇਹ ਹੈ, ਮੈਂ ਇਹ ਕਹਿਣਾ ਕਿ ਮੈਂ ਉਸ ਥਾਂ ਦੇ ਉੱਤੇ ਜੰਗ ਕਰਨੀ ਹੈ ਕਿਉਂਕਿ ਮੈਂ ਉਸ ਕੰਟਰੀ ਨੂੰ ਆਪਣੇ ਕਬਜ਼ੇ 'ਚ ਕਰਨਾ ਹੈ। ਹਾਊ ਡੂ ਆਈ ਮੋਟੀਵੇਟ ਦ ਪੀਪਲ? ਮੈਨੂੰ ਇੱਕ ਸਟੈਂਡਿੰਗ ਆਰਮੀ ਚਾਹੀਦੀ ਹੈ। ਆਪਣੀ ਆਰਮੀ ਨੂੰ ਰਿਕਰੂਟ ਕਰਨ ਵਾਸਤੇ ਲੋਕਾਂ ਨੂੰ ਮੈਂ ਕਿਸ ਤਰ੍ਹਾਂ ਮੋਟੀਵੇਟ ਕਰਾਂ ਕਿ ਮੇਰੀ ਆਰਮੀ ਨੂੰ ਆ ਕੇ ਜੁਆਇਨ ਕਰਨ? ਰਿਲੀਜਨ, ਉਹ ਕਹਿੰਦੇ ਨਾ, ਰਿਲੀਜਨ ਇਜ਼ ਦੀ ਓਪੀਐਮ ਆਫ ਦ ਪੀਪਲ, ਰਾਈਟ? ਰਿਲੀਜਨ ਇੱਕ ਉਹ ਐਸਾ ਮੋਟੀਵੇਸ਼ਨ ਹੈ ਜਿਸ ਨੂੰ ਕਿ ਕ੍ਰਿਸਚੈਨਿਟੀ ਨੇ ਵੀ ਯੂਜ਼ ਕੀਤਾ, ਜਿਸ ਨੂੰ ਕਿ ਇਸਲਾਮ ਨੇ ਵੀ ਯੂਜ਼ ਕੀਤਾ, ਔਰ ਇਹ ਮੋਟੀਵੇਸ਼ਨ ਸੀ ਜਿਸ ਦੇ ਕਾਰਨ ਇਹ ਇੱਕ ਨੈਰੇਟਿਵ ਬਣਾਇਆ ਗਿਆ ਕਿ ਜਿਹੜੇ ਹੋਲੀ ਲੈਂਡਸ ਨੇ ਉਹਨਾਂ ਨੂੰ ਫ੍ਰੀ ਕਰਵਾਉਣਾ ਸਾਡਾ ਆਬਜੈਕਟਿਵ ਹੈ। ਔਰ ਇਸ ਕਰਕੇ ਉਹਨਾਂ ਵਾਰਸ ਨੂੰ ਕਰੂਸੇਡਸ ਦਾ ਨਾਮ ਦਿੱਤਾ ਗਿਆ। ਔਰ ਈਵਨ ਕ੍ਰਿਸਚੀਅਨਸ ਨੇ, ਕੈਥੋਲਿਕ ਕ੍ਰਿਸਚੀਅਨਸ ਨੇ ਉਸ ਵੇਲੇ ਉਹਨਾਂ ਲੋਕਾਂ ਨੂੰ ਇਹ ਮੋਟੀਵੇਸ਼ਨ ਦਿੱਤੀ, ਉਹਨਾਂ ਨੂੰ ਇਹ ਨਾਅਰਾ ਦਿੱਤਾ ਕਿ ਅਗਰ ਤੁਸੀਂ ਹੋਲੀ ਲੈਂਡਸ ਨੂੰ ਫ੍ਰੀ ਕਰਨ ਦੇ ਵਿੱਚ ਜੰਗ ਦੇ ਵਿੱਚ ਜਾਂਦੇ ਹੋ ਤੇ ਤੁਸੀਂ ਜੈਰੂਸਲਮ ਦੇ ਰਾਹੀਂ ਜੰਨਤ ਦੇ ਵਿੱਚ ਜਾਓਗੇ। These are all documented facts। ਸੋ ਉਹਨਾਂ ਵਾਰਸ ਨੂੰ ਰਿਲੀਜੀਅਸ ਵਾਰਸ ਕਹਿਣਾ ਗਲਤ ਹੈ। So now we are talking about those 7%। ਹੁਣ ਦੂਸਰੇ ਪਾਸੇ ਅਸੀਂ ਆ ਜਾਈਏ ਕਿ ਇਸਲਾਮ ਦੇ ਵਿੱਚ ਜਿਹਾਦ ਦਾ ਕਨਸੈਪਟ ਹੈ। ਉਸ ਜਿਹਾਦ ਦੇ ਕਨਸੈਪਟ ਦਾ ਮਤਲਬ ਕੀ ਹੈ? ਜਿਹਾਦ ਦੇ ਕਨਸੈਪਟ ਦਾ ਮਤਲਬ ਹੈ ਇੱਕ ਸਪਿਰਿਚੁਅਲ ਜਾਂ ਮੋਰਲ ਵਾਰ ਜਿਹੜੀ ਕਿ ਇਨਸਾਨ ਹਰ ਵੇਲੇ ਆਪਣੇ ਆਪ ਨਾਲ ਲੜਦਾ ਹੈ, ਔਰ ਇਹ ਕੁਰਾਨ ਦੇ ਵਿੱਚ ਦਰਜ ਹੈ। ਈਵਨ ਕਾਫਿਰ ਵਰਡ ਜਿਹੜਾ ਹੈ ਉਸ ਦਾ ਮਤਲਬ ਨਾਨ ਬਲੀਵਰ ਹੈ, ਬਿਕੋਜ਼ ਦੇ ਵਰ ਡੀਲਿੰਗ ਵਿਦ ਪੀਪਲ ਐਟ ਦੈਟ ਟਾਈਮ ਹੂ ਵਰ ਆਈਡਲ ਵਰਸ਼ਿਪਰਸ, ਜਿਨ੍ਹਾਂ ਨੂੰ ਪੇਗਨ ਕਹਿੰਦੇ ਸੀਗੇ। ਉਹ ਜਿਹੜੇ ਕਨਸੈਪਟਸ ਨੇ ਉਹਨਾਂ ਨੂੰ ਓਵਰ ਅ ਪੀਰੀਅਡ ਆਫ ਟਾਈਮ ਜੋ ਮੁਹੰਮਦ ਸਾਹਿਬ ਨੇ ਦਿੱਤੇ, ਕਲਰਜੀ ਨੇ ਆਪਣੇ ਪਰਪਸਿਸ ਨੂੰ ਜਾਂ ਕਿੰਗਸ ਨੇ ਆਪਣੇ ਪਰਪਸਿਸ ਨੂੰ ਸੋਲਵ ਕਰਨ ਵਾਸਤੇ ਇਸਤੇਮਾਲ ਕੀਤੇ। ਅਸੀਂ ਅਗਰ ਇੰਡੀਆ ਦੇ ਵਿੱਚ ਮੁਗਲ ਰਾਜ ਦੇਖੀਏ, ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਜਿੰਨੇ ਵੀ ਮੁਗਲ ਬਾਦਸ਼ਾਹ ਹੋਏ ਨੇ, ਉਹਨਾਂ ਸਾਰਿਆਂ ਦਾ ਜਿਹੜਾ ਇੱਕ ਕਰੈਕਟਰ ਹੈ ਉਹ ਬਹੁਤ ਲੂਜ਼ ਮੰਨਿਆ ਜਾਂਦਾ ਹੈ। ਲੇਕਿਨ ਉਹਨਾਂ ਨੇ ਰਾਜ ਕੀਤਾ ਔਰ ਉਸ ਰਾਜ ਦੇ ਵਿੱਚ ਉਹਨਾਂ ਨੇ ਧਰਮ ਨੂੰ ਇਸਤੇਮਾਲ ਕੀਤਾ।
औरंगजेब जिहड़ा है उस बारे लार्जली ये मन्निया जाता है कि भी वो बंदा जिहड़ा है करैक्टर वाइज वो इन्ना माड़ा नहीं सीगा। टोपियां बनांदा सीगा, जिहड़ा एक्सचेकर सीगा, ट्रेजरी सी, उस चों पैसे लैके नहीं सी रोटी खांदा, जो टोपियां बनांदा सी उत्थों रोटी खांदा सी। लेकिन उसने भी धर्म ਨੂੰ इस्तेमाल ਕੀਤਾ टू कंट्रोल द पॉपुलेशन, और उसके मन ਦੇ ਵਿੱਚ ਸੱਤਾ ਦੇ ਨਾਲ, ਐਡਮਿਨਿਸਟ੍ਰੇਸ਼ਨ ਦੇ ਨਾਲ, ਤਖਤ ਦੇ ਨਾਲ ਜੋ ਪਿਆਰ ਸੀਗਾ ਉਹ ਇੰਨਾ ਐਕਿਊਟ ਸੀ ਕਿ ਉਸਨੇ ਆਪਣੇ ਭਰਾਵਾਂ ਨੂੰ ਮਾਰਤਾ, ਉਸਨੇ ਆਪਣੇ ਫਾਦਰ ਨੂੰ ਮਾਰਤਾ, ਉਸਨੇ ਆਪਣੀ ਭੈਣਾਂ ਨੂੰ ਔਰ ਆਪਣੀ ਬੇਟੀ ਨੂੰ ਵਿਆਹ ਨਹੀਂ ਕਰਨ ਦਿੱਤਾ। that's the extent of infatuation he had with the throne. ਸੋ ਇਹ ਜਿਹੜੇ ਬੰਦੇ ਨੇ ਤੁਸੀਂ ਉਹਨਾਂ ਨੂੰ ਕੋਈ ਹਾਈ ਮੋਰਲ ਫਾਈਬਰ ਵਾਲੇ ਬੰਦੇ ਨਹੀਂ ਕਹਿ ਸਕਦੇ। ਔਰ ਜਿਹੜੀਆਂ ਉਹਨਾਂ ਨੇ ਕੋਈ ਜੰਗਾਂ ਲੜੀਆਂ ਤੁਸੀਂ ਉਹਨਾਂ ਜੰਗਾਂ ਨੂੰ ਰਿਲੀਜੀਅਸ ਵਾਰਸ ਨਹੀਂ ਕਹਿ ਸਕਦੇ। ਉਹਨਾਂ ਨੇ ਸਿਰਫ ਰਿਲੀਜਨ ਨੂੰ ਯੂਜ਼ ਕੀਤਾ ਐਜ਼ ਅ ਪਲੇਟਫਾਰਮ, ਰਾਦਰ ਉਹਨਾਂ ਨੇ ਅਬਿਊਜ਼ ਕੀਤਾ ਉਸ ਨੂੰ ਐਜ਼ ਅ ਪਲੇਟਫਾਰਮ। ਸੋ ਜਿਹੜੀ ਜਿਹਾਦ ਦੀ ਜ਼ਿਕਰ ਅਕਸਰ ਇਸਲਾਮ ਦੇ ਵਿੱਚ ਆਉਂਦੀ ਹੈ, ਉਹ ਜਿਹਾਦ ਦਾ ਪਰਪਸ ਇਹ ਮੰਨਿਆ ਜਾਂਦਾ ਹੈ। ਮੁਹੰਮਦ ਸਾਹਿਬ ਦੇ ਟਾਈਮ ਦੇ ਉੱਤੇ ਪੈਗਾਨ ਸੀਗੇ, ਮੋਸਟਲੀ ਟ੍ਰਾਈਬ ਸੀਗੀਆਂ, ਬੈਡੂਇਨ ਟ੍ਰਾਈਬਸ ਹੁੰਦੀਆਂ ਸੀਗੀਆਂ, ਔਰ ਉਹ ਬੈਡੂਇਨ ਟ੍ਰਾਈਬਸ ਜਿਹੜੀਆਂ ਨੇ ਉਹ ਕੀ ਕਰਦੀਆਂ ਸੀਗੀਆਂ ਕਿ ਉਹ ਅਟੈਕ ਕਰਕੇ ਉੱਥੋਂ ਪੈਸੇ ਇਕੱਠੇ ਕਰਦੀਆਂ ਸੀ, ਲੁੱਟਮਾਰ ਕਰਦੀਆਂ ਸੀਗੀਆਂ। ਮੁਹੰਮਦ ਸਾਹਿਬ ਦੀਆਂ ਮੋਸਟਲੀ ਜਿਹੜੀਆਂ ਜੰਗਾਂ ਸੀਗੀਆਂ ਉਹ ਪੇਗਨਸ ਦੇ ਅਗੇਂਸਟ ਸੀਗੀਆਂ, ਨਾਨ ਬਲੀਵਰਸ ਜਿਨ੍ਹਾਂ ਨੂੰ ਮੰਨਦੇ ਸੀਗੇ। ਸੋ ਉਹ ਇੱਕ ਆਈਡੀਓਲੋਜੀਕਲ ਵਾਰ ਹੈ ਜਿੱਥੇ ਕਿ ਤੁਸੀਂ ਆਪਣੀ ਆਈਡੀਓਲੋਜੀ ਜਿਹੜੀ ਹੈ ਉਸ ਨੂੰ ਕਿਸੇ ਦੇ ਉੱਤੇ ਇੰਪੋਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਸੀਂ ਉਸ ਨੂੰ ਰਿਲੀਜੀਅਸ ਜਾਂ ਸੋਸ਼ਲ ਫਰੀडम ਨਹੀਂ ਦੇ ਰਹੇ, ਕੋਈ ਟੋਲਰੈਂਸ ਨਹੀਂ ਦਿਖਾ ਰਹੇ। ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਦਿਸ ਇਜ਼ ਦ ਰਾਈਟ ਵੇ ਐਂਡ ਯੂ ਹੈਵ ਟੂ ਫੋਲੋ ਮੀ, ਬਟ ਇੰਸਟੈਡ ਆਫ ਕਨਵਿੰਸਿੰਗ ਹਿਮ ਥਰੂ ਆਰਗੂਮੈਂਟ you are forcing that person to follow your ideology. So they cannot be called as religious pursuits, they are ideological pursuits. And then ਉਹਨਾਂ ਦੇ ਟਾਈਮ ਤੋਂ ਬਾਅਦ ਜਿਹੜੇ ਆਏ ਨੇ ਲੋਕੀ, ਉਹਨਾਂ ਨੇ ਮੋਸਟਲੀ, ਜਿਸ ਤਰ੍ਹਾਂ ਮੈਂ ਹੁਣੇ ਪਹਿਲੇ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਇਸਲਾਮ ਨੂੰ ਟੈਰੀਟੋਰੀਅਲ ਕੌਂਕੁਐਸਟ ਵਾਸਤੇ ਯੂਜ਼ ਕੀਤਾ। ਤੈਮੂਰ ਔਰ ਬਾਬਰ ਜਿਹੜੇ ਸਨ, ਜਿਸ ਵੇਲੇ ਉਹਨਾਂ ਨੂੰ ਸਮਰਕੰਦ ਦੇ ਵਿੱਚੋਂ ਕੱਢ ਦਿੱਤਾ ਗਿਆ, ਉੱਥੇ ਕਿਸੇ ਨੇ ਹੋਰ ਕਬਜ਼ਾ ਕਰ ਲਿਆ, ਤਾਂ they were looking for a place to stay and they moved towards India. So it was not for the expansion of the religion. So ਇਹ ਜਿਹੜੀਆਂ ਵੀ wars ਦੀ ਆਪਾਂ ਜ਼ਿਕਰ ਕੀਤਾ ਹੈ, it's a very small 7% of the total wars fought, but even these 7% historians very categorically question that they cannot be considered as religious wars. ਹੁਣ ਆਪਾਂ ਅਗਰ ਦੇਖੀਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਐਜ਼ ਅ ਸਿਪਾਹੀ ਹੈ, ਜੋ ਉਹਨਾਂ ਨੇ ਕੌਂਕੈਸਟ ਕੀਤੇ, ਜੋ ਉਹਨਾਂ ਨੇ ਜੰਗਾਂ ਲੜੀਆਂ, ਉਹਨਾਂ ਦਾ ਕੀ ਪਰਪਸ ਸੀਗਾ? ਸਾਨੂੰ ਕਿਤੇ ਵੀ ਇਹ ਨਹੀਂ ਨਜ਼ਰ ਆਉਂਦਾ ਕਿ ਗੁਰੂ ਸਾਹਿਬ ਨੇ ਕੋਈ ਤਖਤ ਜਾਂ ਕੋਈ ਐਮਪਾਇਰ ਕ੍ਰੀਏਟ ਕੀਤਾ ਹੋਵੇ। ਕਿਤੇ ਵੀ ਨਹੀਂ ਇਹ ਨਜ਼ਰ ਆਉਂਦਾ ਕਿ ਉਹਨਾਂ ਨੇ ਕੋਈ ਟੈਰੀਟੋਰੀਅਲ ਕੌਂਕੈਸਟ ਕੀਤੇ ਹੋਣ। ਗੁਰੂ ਸਾਹਿਬ ਨੇ ਜਿਸ ਵੇਲੇ ਵੀ ਤਲਵਾਰ ਚੁੱਕੀ ਹੈ, ਉਹਨਾਂ ਨੇ ਇਨਜਸਟਿਸ ਦੇ ਅਗੇਂਸਟ ਚੁੱਕੀ ਹੈ। And majority of the time that fight was for the protection of other religions. ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕਨਸੈਪਟ 'ਚ ਵੀ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਉਹ ਹਿੰਦੂ ਧਰਮ ਵਾਸਤੇ ਦਿੱਤੀ ਹੈ, ਪਰ ਉਹ ਸਪੈਸੀਫਿਕਲੀ ਉਹਨਾਂ ਨੇ ਸ਼ਹਾਦਤ ਉਸ ਧਰਮ ਲਈ ਨਹੀਂ ਦਿੱਤੀ, ਉਹਨਾਂ ਨੇ ਇੱਕ ਆਈਡੀਓਲੋਜੀ ਵਾਸਤੇ ਦਿੱਤੀ ਕਿ देयर हैज टू बी अ रिलीजियस फ्रीडम। ਇੱਕ ਟੋਲਰੈਂਸ ਹੋਣੀ ਚਾਹੀਦੀ ਹੈ ਕਿ ਹਰ ਬੰਦੇ ਨੂੰ ਇਸ ਗੱਲ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਬਲੀਫਸ ਨੂੰ, ਆਪਣੇ ਰਿਲੀਜਨ ਨੂੰ, ਆਪਣੇ ਫੇਥ ਨੂੰ ਪ੍ਰੈਕਟਿਸ ਕਰ ਸਕੇ। ਔਰ ਸੋ ਗੁਰੂ ਸਾਹਿਬ ਨੇ ਜਿਹੜੀਆਂ ਜੰਗਾਂ ਲੜੀਆਂ, ਉਹਨਾਂ ਨੇ ਇਨਜਸਟਿਸ, ਇਨਇਕੁਆਲਿਟੀ ਦੇ ਅਗੇਂਸਟ ਲੜੀਆਂ। ਜਿਹੜਾ ਧਰਮ ਪਰਿਵਰਤਨ ਉਸ ਵੇਲੇ ਹੋ ਰਿਹਾ ਸੀਗਾ, ਉਸ ਧਰਮ ਪਰਿਵਰਤਨ ਦੇ ਅਗੇਂਸਟ ਉਹਨਾਂ ਨੇ ਲੜੀਆਂ, ਹੋਰ ਰਿਲੀਜਨਸ ਨੂੰ ਪ੍ਰੋਟੈਕਟ ਕਰਨ ਵਾਸਤੇ। ਔਰ ਇਸ ਦੇ ਵਿੱਚ ਕੋਈ ਟੈਰੀਟੋਰੀਅਲ ਐਕਸਪੈਂਸ਼ਨ, ਕੋਈ ਉਹਨਾਂ ਨੇ ਰਿਲੀਜੀਅਸ ਕਨਵਰਸ਼ਨ ਨਹੀਂ ਕੀਤੀ। ਜਿਹਾਦ ਦੇ ਵਿੱਚ ਔਰ ਕ੍ਰੂਸੇਡਸ ਦੇ ਵਿੱਚ ਇੱਕ ਬੜਾ ਵੱਡਾ ਗੱਲ ਸੀਗੀ ਕਿ देयर वाज अ ਕਨਸੈਪਟ ਆਫ ਸਪੋਇਲਸ ਆਫ ਵਾਰ। ਸਪੋਇਲਸ ਆਫ ਵਾਰ ਹੁੰਦੇ ਨੇ ਕਿ ਜਿਸ ਵੇਲੇ ਤੁਸੀਂ ਕਿਸੇ ਟੈਰੀਟਰੀ ਨੂੰ ਆਕੂਪਾਈ ਕਰਦੇ ਹੋ,
ਤੇ ਉਸ ਟੈਰੀਟਰੀ ਦਾ ਜਿਹੜਾ ਜ਼ਰ ਜੋਰੂ ਜ਼ਮੀਨ ਹੈ ਉਹ ਸਭ ਤੁਹਾਡਾ ਹੈ। ਤੁਸੀਂ ਉੱਥੇ ਰਹਿਣਾ ਜਾਂ ਉਸ ਨੂੰ ਆਪਣੇ ਨਾਲ ਲੈ ਕੇ ਜਾਣਾ, ਯੂ ਆਰ ਅਲਾਉਡ ਟੂ ਡੂ ਦੈਟ। ਪਰ ਗੁਰੂ ਸਾਹਿਬ ਨੇ ਐਸਾ ਕਦੀ ਨਹੀਂ ਕੀਤਾ। ਇਨਫੈਕਟ ਹਿਸਟਰੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਗੁਰੂ ਸਾਹਿਬ ਜਿਹੜੇ ਸਨ, ਉਹਨਾਂ ਦੇ ਜਿਹੜੇ ਤੀਰ ਸਨ, ਉਹਨਾਂ ਦੇ ਉੱਤੇ ਇਹ ਆਂਦਾ ਹੈ ਕਿ ਵੀ ਉਹਨਾਂ ਦੇ ਉੱਤੇ ਸੋਨਾ ਲੱਗਾ ਹੋਇਆ ਸੀਗਾ, ਤਾਂ ਕਿ ਅਖੀਰਲੇ ਟਾਈਮ ਦੇ ਉੱਤੇ ਅਗਲੇ ਬੰਦੇ ਦਾ ਜੋ ਕਫਨ ਦਫਨ ਕਰਨਾ ਹੈ ਉਸ ਦੇ ਘਰ ਦੇ ਜਿਹੜੇ ਨੇ ਉਸ ਵਾਸਤੇ ਕਰ ਸਕਣ। ਕਿਉਂ ਉਸ ਵੇਲੇ ਕੋਈ ਪੈਨਸ਼ਨਾਂ ਤੇ ਹੁੰਦੀਆਂ ਨਹੀਂ ਸੀਗੀਆਂ ਵੀ ਹੁਣ ਵਿਚਾਰੇ ਜਿਹੜੇ ਜਿਸ ਦੀ ਕਿਸੇ ਦੀ ਡੈਥ ਹੁੰਦੀ ਸੀ, ਕਈ ਤੇ ਵਾਰਸ ਦੇ ਵਿੱਚ ਉੱਥੇ ਹੀ ਬੋਡੀਜ਼ ਜਿਹੜੀਆਂ ਨੇ ਪਈਆਂ ਰਹਿੰਦੀਆਂ ਸੀਗੀਆਂ। ਸੋ ਗੁਰੂ ਸਾਹਿਬ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਿਆ, ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਸੰਤ ਸੀ, ਉਹਨਾਂ ਦੇ ਵਿੱਚ ਜਿਹੜਾ ਕੰਪੈਸ਼ਨ ਸੀ, ਉਸ ਕੰਪੈਸ਼ਨ ਨੂੰ ਉਹਨਾਂ ਨੇ ਕਦੀ ਨਹੀਂ ਭੁੱਲਿਆ। ਔਰ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ, ਉਸ ਦੇ ਵਿੱਚ ਉਹ ਇਹ ਗੱਲ ਕਲੀਅਰ ਕਰਦੇ ਨੇ ਕਿ ਮੈਂ ਸਵਾਰਡ ਐਜ਼ ਅ ਲਾਸਟ ਰਿਜ਼ੋਰਟ ਪਿਕ ਕੀਤੀ ਹੈ, not as the first option। ਸੋ ਇਹ ਹੈ ਇੱਕ ਸਿਪਾਹੀ ਦੀ ਸੋਚਣੀ, ਜੋ ਕਿ ਇੱਕ ਸੰਤ ਬਣ ਕੇ ਆਪਣੇ ਆਪ ਨੂੰ ਮੈਨੀਫੈਸਟ ਕਰ ਰਿਹਾ ਹੈ ਔਰ ਹੋਰਾਂ ਦੀ ਰੱਖਿਆ ਵਾਸਤੇ, ਪ੍ਰੋਟੈਕਸ਼ਨ ਵਾਸਤੇ ਉਹ ਲੜ ਰਿਹਾ ਹੈ। ਅੱਗੇ ਆ ਜਾਂਦਾ ਹੈ ਉਹਨਾਂ ਦਾ ਜਿਹੜਾ ਤੀਸਰਾ ਪੱਖ ਅਸੀਂ ਜ਼ਿਕਰ ਕੀਤਾ ਕਿ ਵੀ ਇੱਕ ਸੰਤ ਦਾ ਜਿਹੜਾ ਹੈ ਵੀ ਐਜ਼ ਅ ਸੇਂਟ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ, ਇਹ ਕੋਸ਼ਿਸ਼ ਹੀ ਕਰ ਸਕਦੇ ਹਾਂ। ਗੁਰੂ ਸਾਹਿਬ ਨੇ ਕਦੀ ਵੀ ਆਪਣੇ ਆਪ ਨੂੰ ਗੁਰੂ ਜਾਂ ਰੱਬ ਨਹੀਂ ਮੰਨਿਆ। ਉਹਨਾਂ ਨੇ ਹਮੇਸ਼ਾ ਇਹ ਗੱਲ ਕਹੀ ਕਿ ਮੈਂ ਉਸ ਅਕਾਲ ਪੁਰਖ ਦਾ ਪਰਮ ਸੇਵਕ ਹਾਂ, ਜਾਂ ਉਹਨਾਂ ਨੇ ਆਪਣੇ ਆਪ ਨੂੰ ਇੱਕ ਤਪਸਵੀ ਵੀ ਕਿਹਾ ਹੈ। ਔਰ ਬਚਿੱਤਰ ਨਾਟਕ ਦੇ ਵਿੱਚ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਅਬ ਮੈਂ ਆਪਣੀ ਕਥਾ ਬਖਾਨੂ ਤਬ ਸਾਦਤ ਜੈ ਵਿਦ ਮੋਹਾਨੂ। ਅਕਸਰ ਜਿਹੜੇ ਹਿਸਟੋਰੀਅਨਸ ਨੇ ਜਾਂ ਕਥਾਵਾਚਕ ਨੇ, ਉਹ ਇਸ ਗੱਲ ਨੂੰ ਇਸ ਤਰ੍ਹਾਂ ਮੰਨਦੇ ਨੇ ਕਿ ਗੁਰੂ ਸਾਹਿਬ ਨੇ ਇਸ ਕਰਕੇ ਲਿਖਿਆ ਕਿ ਆਪਣੀ ਸ਼ਰਧਾ ਦੇ ਵਿੱਚ ਕੋਈ ਮੈਨੂੰ ਰੱਬ ਜਾਂ ਪਰਮਾਤਮਾ ਦਾ ਦਰਜਾ ਨਾ ਦੇਵੇ। ਸੋ ਲੈਟ ਮੀ ਕਲੈਰੀਫਾਈ ਮਾਈ ਸਟੇਟਸ ਟੂ ਯੂ ਕਿ ਮੈਂ ਕੌਣ ਹਾਂ। ਔਰ ਆਪਾਂ ਸਾਰਿਆਂ ਨੇ ਪੜ੍ਹਿਆ ਇਸ ਦੇ ਵਿੱਚ ਅੱਗੇ ਉਹ ਇਹ ਗੱਲ ਕਹਿੰਦੇ ਨੇ, ਐਂਡ ਦੈਟਸ ਸਮਥਿੰਗ ਆਈ ਆਲਵੇਜ਼ ਵਾਂਟ ਟੂ ਬ੍ਰਿੰਗ ਅਪ, ਕਿ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਤੈ ਹਮ ਅਦਿਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਅਰਾਧੀ। ਇਹ ਤਿੰਨ ਲਫ਼ਜ਼ਾਂ ਦੇ ਉੱਤੇ ਅਕਸਰ ਬੜੀਆਂ ਵੱਡੀਆਂ ਡਿਬੇਟਸ ਹੁੰਦੀਆਂ ਨੇ, ਬਹੁਤ ਸਕਾਲਰਲੀ ਪਰਸਿਊਟਸ ਹੁੰਦੇ ਨੇ। ਅਸੀਂ ਆਮ ਨਾਟ ਅ ਸਕਾਲਰ, ਬਟ ਅਗਰ ਅਸੀਂ ਉਸ ਵਰਡ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਮਹਾਕਾਲ ਉਹ ਹੈ ਜਿਹੜਾ ਕਿ ਕਾਲ ਤੋਂ ਵੀ ਵੱਡਾ ਹੈ। ਉਹ ਕੋਈ ਦੇਵੀ ਦੇਵਤਾ ਨਹੀਂ ਹੈ। ਉਹ ਹੈ ਜਿਹੜਾ ਕਿ ਕਾਲ ਨੂੰ ਕੰਟਰੋਲ ਕਰ ਰਿਹਾ ਹੈ, ਟਾਈਮ ਨੂੰ ਕੰਟਰੋਲ ਕਰ ਰਿਹਾ ਹੈ। ਜਿਹੜਾ ਬੰਦਾ ਆਪ ਹੀ ਕਾਲ ਚੱਕਰ ਦੇ ਵਿੱਚ ਫਸਿਆ ਹੋਇਆ ਹੈ, ਉਹ ਕਾਲ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਸਕਦਾ ਹੈ? ਕੋਈ ਵੀ ਦੇਵੀ ਦੇਵਤਾ ਹੈ, ਉਹ ਤੇ ਆਪ ਇੱਕ ਲਾਈਫ ਟਾਈਮ ਦੇ ਵਿੱਚ ਫਸਿਆ ਹੋਇਆ ਹੈ, ਕਿਉਂਕਿ ਜਿਸ ਵੀ ਕਿਸੇ ਚੀਜ਼ ਦਾ ਜਨਮ ਹੁੰਦਾ ਹੈ, ਇੱਕ ਦਿਨ ਉਸ ਦੀ ਮੌਤ ਜਿਹੜੀ ਹੈ ਉਹ ਹੋਣੀ ਹੈ, ਭਾਵੇਂ ਉਹ ਕਿੰਨਾ ਵੀ ਰਿਸਪੈਕਟੇਬਲ ਕਿਉਂ ਨਾ ਹੋਵੇ, ਚੰਗਾ ਕਿਉਂ ਨਾ ਹੋਵੇ। ਸੋ ਜਿਹੜਾ ਆਪ ਹੀ ਕਾਲ ਦੇ ਚੱਕਰ 'ਚ ਫਸਿਆ, ਉਹ ਕਾਲ ਨੂੰ ਕਿਸ ਤਰ੍ਹਾਂ ਕੰਟਰੋਲ ਕਰ ਸਕਦਾ ਹੈ? ਮਹਾਕਾਲ ਦਾ ਮਤਲਬ ਉਹ ਪਰਮਾਤਮਾ ਹੈ, ਕੋਈ ਦੇਵੀ ਦੇਵਤਾ ਨਹੀਂ ਹੈ। ਫਿਰ ਅੱਗੇ ਗੁਰੂ ਸਾਹਿਬ ਵਰਤਦੇ ਨੇ ਵਰਡ ਕਾਲਕਾ। ਕਾਲਕਾ ਉਹ ਹੈ ਜੋ ਕਾਲ ਦਾ ਵੱਧ ਕਰ ਸਕਦਾ ਹੈ। ਕਾਲ ਦਾ ਵੱਧ ਉਹੀ ਕਰ ਸਕਦਾ ਹੈ ਜਿਹੜਾ ਕਾਲ ਤੋਂ ਵੱਡਾ ਹੈ। ਵੱਧ ਕਰਨ ਦਾ ਇੱਥੇ ਮਤਲਬ ਇਹ ਹੈ ਕਿ ਆਪਾਂ ਗੁਰਬਾਣੀ ਦੇ ਵਿੱਚ ਹੋਰ ਵੀ ਥਾਵਾਂ ਦੇ ਉੱਤੇ ਦੇਖਦੇ ਹਾਂ ਕਿ ਗੁਰੂ ਸਾਹਿਬ ਜਿਹੜੇ ਨੇ, ਪੰਜਵੇਂ ਗੁਰੂ ਸਾਹਿਬ ਵੀ, ਗੁਰੂ ਨਾਨਕ ਦੇਵ ਜੀ ਵੀ ਜਪਜੀ ਸਾਹਿਬ ਦੇ ਵਿੱਚ ਬਾਰ-ਬਾਰ ਇਹ ਜ਼ਿਕਰ ਕਰਦੇ ਨੇ ਕਿ ਕਿਸ ਤਰ੍ਹਾਂ ਪਰਮਾਤਮਾ ਜਿਹੜਾ ਹੈ ਉਹ ਇਸ ਦੁਨੀਆ ਨੂੰ ਬਣਾਉਂਦਾ ਹੈ, then he brings it to an end and then he recreates it, right? But to the physicists here, Guru Sahib ਇਹ ਗੱਲ ਕਹਿੰਦੇ ਨੇ ਕਿ the sum total of all the mass has always been there. He has created that mass never changes, right?
That's something which the physicists would always appreciate here. But ਉਸ ਮਾਸ ਨੂੰ use ਕਰਕੇ ਉਹ ਕ੍ਰੀਏਸ਼ਨ ਡਿਸਟਰਕਸ਼ਨ ਕੰਟੀਨਿਊਸਲੀ ਕਰੀ ਜਾ ਰਿਹਾ ਹੈ। ਹੁਣ ਇਹ ਕੰਟੀਨਿਊਸ ਕ੍ਰੀਏਸ਼ਨ ਔਰ ਡਿਸਟਰਕਸ਼ਨ ਤੇ ਉਹੀ ਕਰ ਸਕਦਾ ਨਾ ਜਿਸਨੇ ਕਿ ਖੁਦ ਜਾਂ ਤੇ ਉਸ ਮਾਸ ਨੂੰ ਕ੍ਰੀਏਟ ਕੀਤਾ ਹੈ ਜਾਂ ਉਹ ਟਾਈਮ ਨੂੰ ਕੰਟਰੋਲ ਕਰ ਸਕਦਾ ਹੈ। ਕੋਈ ਦੇਵੀ ਦੇਵਤਾ ਜਿਹੜਾ ਖੁਦ ਹੀ ਕਾਲ ਚੱਕਰ 'ਚ ਫਸਿਆ ਹੋਇਆ ਹੈ, ਜਿਸ ਨੂੰ ਕਿ ਕਾਲ ਖੁਦ ਡਿਸਟਰੋਏ ਕਰ ਰਿਹਾ ਹੈ, ਉਹ ਦੇਵੀ ਦੇਵਤਾ ਜਿਹੜਾ ਹੈ ਉਹ ਕਾਲ ਨੂੰ ਕਿਸ ਤਰ੍ਹਾਂ ਡਿਸਟਰੋਏ ਕਰ ਸਕਦਾ ਹੈ। ਸਾਡੀਆਂ ਡਿਬੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਇੱਕ ਬੇਸਿਕ ਅੰਡਰਸਟੈਂਡਿੰਗ ਜਿਹੜੀ ਹੈ ਉਹ ਲੈਕਿੰਗ ਹੈ। ਲੌਜਿਕ ਜਿਹੜਾ ਹੈ that gets thrown out of the window and emotions and passions they just run the show। ਇਸੇ ਤਰ੍ਹਾਂ ਜਿਸ ਵੇਲੇ ਆਪਾਂ ਗੁਰੂ ਸਾਹਿਬ ਦਾ ਜਿਹੜਾ ਇੱਕ ਸੰਤ ਵਾਲਾ ਸੁਭਾਅ ਹੈ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਜਿਹੜਾ ਜ਼ਫਰਨਾਮਾ ਹੈ that stands out as a very important document, not of any war or his soldierly pursuits, but in my humble opinion, of his saintly nature। ਕਿ ਜਿੱਥੇ ਉਹ ਕਹਿੰਦੇ ਨੇ ਕਿ even injustice ਦੇ against ਮੈਂ ਜਿੱਥੇ ਤੱਕ restrain ਕਰ ਸਕਦਾ ਸੀਗਾ ਮੈਂ restrain ਕੀਤਾ, ਲੇਕਿਨ there comes a time where you cannot accept injustice anymore and you have to stand up, right? This is a statement which only a saint can make। और ਅਕਸਰ ਇਹ ਜ਼ਿਕਰ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਸਮਝਣ ਦਾ ਇੱਕ ਬਹੁਤ ਅੱਛਾ ਤਰੀਕਾ ਹੈ ਕਿ ਜੋ ਉਹਨਾਂ ਦੇ ਆਲੇ ਦੁਆਲੇ ਉਹਨਾਂ ਦੇ ਦਰਬਾਰ ਦੇ ਵਿੱਚ 52 ਕਵੀ ਸਨ, ਉਹਨਾਂ ਦੇ ਸੇਵਾਦਾਰ ਸਨ, ਉਹਨਾਂ ਦੇ ਨਾਲ ਹੋਰ ਜਿਹੜੇ ਸਿੰਘ ਸਨ, ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਲਿਖਤਾਂ ਤੋਂ ਤੁਸੀਂ ਉਹਨਾਂ ਨੂੰ ਸਮਝ ਸਕਦੇ ਹੋ। ਪਰ ਜਿਸ ਤਰ੍ਹਾਂ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਗੁਰੂ ਸਾਹਿਬ ਜਿਹੜੇ ਸਨ ਉਹਨਾਂ ਨੇ ਖਾਲਸਾ ਪੰਥ ਜਿਹੜਾ ਹੈ ਉਸ ਦੀ ਸਿਰਜਣਾ ਕੀਤੀ ਔਰ ਉਸ ਖਾਲਸੇ ਨੂੰ ਉਹਨਾਂ ਨੇ ਇੱਕ ਬੜਾ ਸਪੈਸ਼ਲ ਕਰੈਕਟਰ ਦਿੱਤਾ ਹੈ। ਉਸ ਵੇਲੇ ਤੱਕ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਮੋਸਟਲੀ ਇੱਕ ਗੁਰੂ ਚੇਲੇ ਦਾ ਜਿਹੜਾ ਕਨਸੈਪਟ ਸੀਗਾ ਗੁਰੂ ਸਨ, ਲੇਕਿਨ ਉਹ ਜਿਹੜੇ ਕਨਸੈਪਟ ਸਨ ਉਹਨਾਂ ਦਾ ਮੈਥਡੋਲੋਜੀ ਬੜਾ ਡਿਫਰੈਂਟ ਸੀਗਾ। ਔਰ ਹਿਸਟਰੀ ਦੇ ਵਿੱਚ ਜੋ ਅਸੀਂ ਦੇਖਦੇ ਹਾਂ ਲਿਖਤਾਂ ਦੇ ਵਿੱਚ ਉਹ ਅਕਸਰ ਜ਼ਿਕਰ ਆਉਂਦਾ ਹੈ ਚਰਨ ਅੰਮ੍ਰਿਤ ਦਾ, to initiate people into some sort of a brotherhood, right? ਕਿ ਵੀ ਇਹ brotherhood ਜਿਹੜੀ ਹੈ ਇਹ ਇਸ ਬੰਦੇ ਨੂੰ ਇਸ ਬੰਦੇ ਦੀ ਆਈਡੀਓਲੋਜੀ ਨੂੰ ਫੋਲੋ ਕਰਦੀ ਹੈ and they had figured out different ways of doing it, right? ਜਾਂ ਕ੍ਰਿਸਚੀਅਨਿਟੀ ਦੇ ਵਿੱਚ ਹੋਲੀ ਵਾਟਰ ਯੂਜ਼ ਕਰਦੇ ਨੇ, ਠੀਕ ਹੈ। ਹਿੰਦੂ ਧਰਮ ਦੇ ਵਿੱਚ ਜਿਹੜੀਆਂ ਮੂਰਤੀਆਂ ਹੁੰਦੀਆਂ ਨੇ ਉਹਨਾਂ ਨੂੰ ਉਹ ਧੋਂਦੇ ਨੇ, ਧੋ ਕੇ ਫਿਰ ਉਹ ਪਾਣੀ ਪੀਂਦੇ ਨੇ, ਠੀਕ ਹੈ। ਉਹਦੇ ਥੱਲੇ ਇੱਕ ਵੱਡਾ ਪਿੱਤਲ ਦਾ ਭਾਂਡਾ ਰੱਖ ਦਿੰਦੇ ਸੀਗੇ ਜਿਸ ਦੇ ਵਿੱਚ ਕਿ ਉਹ ਰੱਖ ਕੇ ਜਿਸ ਵੇਲੇ ਉਹਨੂੰ ਇੱਕ ਵਰਡ ਯੂਜ਼ ਕਰਦੇ ਨੇ ਪ੍ਰਾਣ ਪ੍ਰਤਿਸ਼ਠਾ, ਜਿਸ ਵੇਲੇ ਪ੍ਰਾਣ ਪ੍ਰਤਿਸ਼ਠਾ ਕਰਦੇ ਸਨ ਤੇ ਉਸ ਵੇਲੇ ਕੀ ਹੁੰਦਾ ਹੈ ਕਿ ਵੀ ਉਹ ਜਿਹੜਾ ਪੱਥਰ ਹੈ ਉਸ ਪੱਥਰ ਦੇ ਵਿੱਚ ਜਿਹੜੇ ਪੁਜਾਰੀ ਹੁੰਦੇ ਨੇ, ਜਿਹੜੀ ਕਲਰਜੀ ਹੈ, ਉਹ ਕੁਝ ਮੰਤਰ ਪੜ੍ਹਦੇ ਨੇ ਔਰ ਉਸ ਤੋਂ ਬਾਅਦ ਉਹ ਫਿਰ ਇੱਕ ਕਿਸਮ ਦੇ ਨਾਲ ਇਨਵੋਕ ਕਰਦੇ ਨੇ ਡਿਫਰੈਂਟ ਡਾਇਟੀਜ਼ ਨੂੰ ਟੂ ਕਮ ਐਂਡ ਰਿਜ਼ਾਈਡ ਇਨ ਦੈਟ ਸਟੋਨ। ਪਰ ਉਹਦੇ ਬਾਰੇ ਇੱਕ ਕਬੀਰ ਜੀ ਦਾ ਬਹੁਤ ਸੋਹਣਾ ਸ਼ਬਦ ਹੈ ਜਿਹੜਾ ਅਸੀਂ ਅਕਸਰ ਪੜ੍ਹਦੇ ਹਾਂ ਵੀ ਜਿਸ 'ਚ ਉਹ ਕਹਿੰਦੇ ਨੇ ਵੀ ਜੇ ਉਹ ਪੱਥਰ ਜਿਹੜਾ ਉਸ ਦੇ ਵਿੱਚ ਰੱਬ ਹੁੰਦਾ ਤੇ ਜਿਸ ਵੇਲੇ ਉਹਦੇ ਉੱਤੇ ਥੋੜੀਆਂ ਮਾਰੀਆਂ ਜਾ ਰਹੀਆਂ ਸੀਗੀਆਂ ਤੇ ਉਹਨੇ ਥੋੜੀ ਬਣਾਉਣ ਵਾਲੇ ਨੂੰ ਉਸੇ ਵੇਲੇ ਮਾਰ ਕੇ ਖਤਮ ਕਰ ਦੇਣਾ ਸੀਗਾ। ਬਟ ਐਨੀਵੇਜ਼ that's a different thing, that's not the purpose of our discussion here। ਉਹ ਜਿਹੜਾ ਪਾਣੀ ਹੁੰਦਾ ਸੀਗਾ ਜਾਂ ਦੁੱਧ ਹੁੰਦਾ ਸੀ ਜਿਹਦੇ ਨਾਲ ਕਿ ਉਹ ਮੂਰਤੀਆਂ ਨੂੰ ਧੋਤਿਆ ਜਾਂਦਾ ਸੀਗਾ ਉਹ ਸੰਗਤ ਦੇ ਵਿੱਚ ਸਰਵ ਕਰਕੇ ਇੱਕ ਬ੍ਰਦਰਹੁੱਡ ਕ੍ਰੀਏਟ ਕੀਤੀ ਜਾਂਦੀ ਸੀ। ਔਰ ਇਸ ਕਿਸਮ ਦੀਆਂ ਚੀਜ਼ਾਂ ਅੱਜ ਵੀ ਚੱਲ ਰਹੀਆਂ ਨੇ। ਅੱਜ ਵੀ ਇਸ ਕਿਸਮ ਦੇ ਬਾਬੇ ਹੈਗੇ ਨੇ ਜਿਹੜੇ ਕਿ ਆਪਣੇ ਪੈਰ ਧੋ ਕੇ ਜਾਂ ਹੋਰ ਕੋਈ ਚੀਜ਼ਾਂ ਕਰਕੇ ਕੋਈ ਮੰਤਰ ਦੇ ਕੇ ਗੁਰਮੰਤਰ ਦੇ ਕੇ ਇੱਕ ਬ੍ਰਦਰਹੁੱਡ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਟ ਥਿੰਕ ਅਬਾਊਟ ਇਟ, ਹੈਵ ਯੂ ਹਰਡ ਐਨੀਵੇਅਰ ਇਨ ਦ ਵਰਲਡ ਕਿ ਇੱਕ ਬ੍ਰਦਰਹੁੱਡ ਕ੍ਰੀਏਟ ਕੀਤੀ ਗਈ ਹੋਵੇ ਜਿਹਨੂੰ ਕ੍ਰੀਏਟ ਕਰਨ ਵਾਸਤੇ ਖੰਡੇ ਬਾਟੇ ਦੀ ਪੌਲ ਯੂਜ਼ ਕੀਤੀ ਗਈ ਹੋਵੇ? ਗੁਰੂ ਸਾਹਿਬ ਨੇ ਇਕੁਆਲਿਟੀ ਕ੍ਰੀਏਟ ਕੀਤੀ and subservience to humans or stones ਨੂੰ ਖਤਮ ਕੀਤਾ। That's his biggest contribution to us, right? So that's something we have to keep in mind as a saint, what are his contributions when we are talking about that?
ਹੁਣ ਆਪਾਂ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਆਲੇ ਦੁਆਲੇ ਜਿਹੜੇ ਉਹਨਾਂ ਦੇ ਸੇਵਕ ਸਨ, ਸਿੰਘ ਸਨ, ਉਹਨਾਂ ਦੀਆਂ ਲਿਖਤਾਂ ਤੋਂ ਅਸੀਂ ਸਮਝ ਸਕਦੇ ਹਾਂ ਕਿ ਵੀ ਗੁਰੂ ਸਾਹਿਬ ਦੀ ਪਰਸਨੈਲਿਟੀ ਕੀ ਸੀ। ਆਪਾਂ ਬਹੁਤਾ ਇਸ ਨੂੰ ਲੰਬਾ ਨਹੀਂ ਕਰਦੇ, ਪਰ ਭਾਈ ਨੰਦ ਲਾਲ ਜੀ ਦੀਆਂ ਜਿਹੜੀਆਂ ਲਿਖਤਾਂ ਨੇ, ਅਗਰ ਆਪਾਂ ਵੈਰੀ ਬਰੀਫਲੀ ਉਹਨਾਂ ਨੂੰ ਸਕਿਮ ਕਰੀਏ, ਜਸਟ ਸਕਿਮਿੰਗ ਦਾ ਸਰਫੇਸ ਉਹਨਾਂ ਦੇ ਉੱਤੇ ਨਜ਼ਰ ਦੇ ਮਾਰੀਏ, ਤੇ ਭਾਈ ਨੰਦ ਲਾਲ ਜੀ ਇਹ ਕਹਿੰਦੇ ਨੇ ਕਿ ਗੁਰੂ ਸਾਹਿਬ ਜਿਹੜੇ ਨੇ, ਹੀ ਇਜ਼ ਦ ਪ੍ਰੋਟੈਕਟਰ ਆਫ ਦ ਪੂਅਰ ਐਂਡ ਦ ਡੈਸਟੀਟਿਊਟ। ਜਿਹੜੀਆਂ ਉਹਨਾਂ ਨੇ ਕੁਆਲਿਟੀਜ਼ ਦਿੱਤੀਆਂ ਨੇ, 108 ਮਾਲਾਵਾਂ ਭਾਈ ਨੰਦ ਲਾਲ ਜੀ ਦੀ ਮਾਲਾ ਉਸਨੂੰ ਕਹਿੰਦੇ ਨੇ, 108 ਕੁਆਲਿਟੀਜ਼ ਉਸ ਦੇ ਵਿੱਚ ਆਉਂਦੀਆਂ ਨੇ। ਉਸ ਦੇ ਵਿੱਚ ਭਾਈ ਸਾਹਿਬ ਕਹਿ ਰਹੇ ਨੇ ਕਿ ਵੀ ਗੁਰੂ ਸਾਹਿਬ ਜਿਹੜੇ ਨੇ, ਹੀ ਇਜ਼ ਦ ਪ੍ਰੋਟੈਕਟਰ ਆਫ ਦ ਪੂਅਰ ਐਂਡ ਦ ਡੈਸਟੀਟਿਊਟ, ਨਾਸਰੋ ਮੰਸੂਰ। ਫਿਰ ਅੱਗੇ ਉਹ ਕਹਿੰਦੇ ਨੇ ਕਿ ਵੀ ਉਹ ਗੁਰੂ ਜਿਹੜਾ ਹੈ, ਉਸ ਦੀ ਸ਼ਰਨ ਦੇ ਵਿੱਚ ਆ ਕੇ ਵਾਹਿਗੁਰੂ ਜਿਹੜਾ ਹੈ, ਉਸ ਦੇ ਕੋਰਟ ਦੇ ਵਿੱਚ, ਅਕਾਲ ਪੁਰਖ ਦੇ ਕੋਰਟ ਦੇ ਵਿੱਚ ਇਨਸਾਨ ਨੂੰ ਐਕਸੈਪਟੈਂਸ ਮਿਲਦੀ ਹੈ। ਐਂਡ ਆਈ ਥਿੰਕ ਦਿਸ ਇਜ਼ ਵੈਰੀ ਕ੍ਰਿਟੀਕਲ। ਜੋ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਕਿ ਅਸੀਂ ਪੁਰਬ ਮਨਾਉਂਦੇ ਹਾਂ, ਤਿਉਹਾਰ ਮਨਾਉਂਦੇ ਹਾਂ, ਅਸੀਂ ਉਹਨਾਂ ਤੋਂ ਸਿੱਖ ਕੀ ਰਹੇ ਹਾਂ? ਬਿਕੋਜ਼ ਜੋ ਅਸੀਂ ਉਹਨਾਂ ਤੋਂ ਸਿੱਖਦੇ ਹਾਂ, ਜੋ ਅਸੀਂ ਫੋਲੋਇੰਗਸ ਨੂੰ ਐਨਗ੍ਰੇਨ ਕਰਦੇ ਹਾਂ, ਉਹਨਾਂ ਫੋਲੋਇੰਗਸ ਦੇ ਉੱਤੇ ਬੇਸਡ ਹੀ ਭਾਈ ਸਾਹਿਬ ਜਿਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਕਹਿ ਰਹੇ ਨੇ ਕਿ one is able to improve the quality of their life and find acceptance in the court of ਵਾਹਿਗੁਰੂ। ਔਰ ਫਿਰ ਉਹ ਗੱਲ ਕਰਦੇ ਨੇ ਕਿ ਉਹ ਹੱਕ ਰਾਹ ਗੰਜੂਰ ਹਨ। He is the holder, the repository of eternal truth। ਔਰ ਉਹਨਾਂ ਦੇ ਵਿੱਚ ਇੱਕ ਬਹੁਤ ਹੀ ਯੂਨੀਕ ਬ੍ਰਿਲੀਅੰਸ ਹੈ। ਜਿਸ ਤਰ੍ਹਾਂ ਆਪਾਂ ਹੁਣੇ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਉਹ ਇੱਕ ਸਕਾਲਰ ਸਨ, ਰਾਈਟ? ਬਟ ਈਵਨ ਵੈਨ ਹੀ ਵੈਂਟ ਟੂ ਵਾਰ, there was a persona that he carried with him, there was a certain brilliance, right? ਇੱਕ ਫਿਨੀਸ ਸੀ ਉਹਨਾਂ ਦੇ ਵਿੱਚ ਕਿ ਉਹਨਾਂ ਨੇ ਕਦੀ ਆਪਣਾ ਕਰੈਕਟਰ ਵਾਰ ਦੇ ਵਿੱਚ ਵੀ ਜਾ ਕੇ ਲੂਜ਼ ਨਹੀਂ ਕੀਤਾ। ਇੱਕ ਹਰੀਚੰਦ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ, ਜਿਸ ਦੇ ਨਾਲ ਕਿ ਗੁਰੂ ਸਾਹਿਬ ਦੀ ਜੰਗ ਹੋਈ ਸੀ, ਔਰ ਹਰੀਚੰਦ ਜਿਹੜਾ ਸੀ ਉਸਨੇ ਉਹਨਾਂ ਨੂੰ ਲਲਕਾਰਿਆ ਸੀ ਟੂ ਅ 1-on-1 ਬੈਟਲ, ਤੇ ਗੁਰੂ ਸਾਹਿਬ ਨੇ ਉਹਨੂੰ ਕਿਹਾ ਸੀ ਵੀ ਤੂੰ ਪਹਿਲੇ ਵਾਰ ਕਰ। ਪਹਿਲਾ ਵਾਰ ਉਹਨੇ ਕੀਤਾ, ਉਹ ਮਿਸ ਕਰ ਗਿਆ। ਫਿਰ ਉਹਨੂੰ ਫੇਰ ਕਿਹਾ ਵੀ ਤੂੰ ਮੁੜ ਕੇ ਕਰ। 3-4 ਵਾਰੀ ਉਸਨੇ ਵਾਰ ਕੀਤਾ ਹਰੀਚੰਦ ਨੇ। ਔਰ ਹਿਸਟੋਰੀਅਨ ਸੇ ਕਹਿੰਦੇ ਨੇ ਕਿ ਵੀ ਹਰੀਚੰਦ ਸੋਚਣ ਲੱਗ ਪਿਆ ਸੀ ਵੀ ਇਹ ਗੁਰੂ ਜਿਹੜਾ ਹੈ, ਇਸ ਨੂੰ ਵਾਰ ਦਾ ਕੁਝ ਪਤਾ ਨਹੀਂ ਹੈ, ਵੀ ਆਪਣੇ ਐਨਮੀ ਨੂੰ ਕਹਿ ਰਿਹਾ ਵੀ ਤੂੰ ਮੇਰੇ ਤੇ ਪਹਿਲੇ ਵਾਰ ਕਰ। ਇਹ ਉਸ ਗੁਰੂ ਦਾ ਇੱਕ ਪਰਸੋਨਾ ਹੈ ਕਿ ਉਹ ਆਪਣੇ ਐਨਮੀ ਜਿਹੜਾ ਹੈ ਉਸਨੂੰ ਵੀ ਐਜ਼ ਐਨ ਐਨਮੀ ਨਹੀਂ ਦੇਖ ਰਿਹਾ, ਐਜ਼ ਅ ਮਿਸਗਾਈਡਡ ਸੋਲ ਦੇਖ ਰਿਹਾ, ਕੋਸ਼ਿਸ਼ ਕਰ ਰਿਹਾ ਕਿ ਸ਼ਾਇਦ ਮੈਂ ਇਸ ਨੂੰ ਅਜੇ ਵੀ ਇਸ ਦਾ ਵੱਧ ਕਰਨ ਤੋਂ ਪਹਿਲੇ ਇਸ ਨੂੰ ਸੁਧਾਰ ਸਕਾਂ। ਔਰ ਫਿਰ ਅੱਗੇ ਭਾਈ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਵੀ ਗੁਰੂ ਸਾਹਿਬ ਜਿਹੜੇ ਨੇ, ਹੀ ਇਜ਼ ਦ ਕਿੰਗ ਆਫ ਕਿੰਗਸ, ਔਰ ਉਹ ਦੋਨੋਂ ਜਹਾਨ ਜਿਹੜੇ ਨੇ ਉਹਨਾਂ ਦੇ ਬਾਦਸ਼ਾਹ ਨੇ। ਔਰ ਉਹ ਉਹਨਾਂ ਦੀ ਸਵਰਡਸਮੈਨਸ਼ਿਪ ਦਾ ਵੀ ਜ਼ਿਕਰ ਕਰਦੇ ਨੇ ਕਿ ਵੀ ਕਿੰਨੀ ਵੱਡੀ ਉਹਨਾਂ ਦੀ ਸਵਰਡਸਮੈਨਸ਼ਿਪ ਹੈ, ਕਿੰਨੇ ਉਹ ਇੱਕ ਯੂਨੀਕ ਨੇ, ਫਿਲੈਂਥਰੋਪਿਸਟ ਨੇ। ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਕਿ ਉਹ ਆਪਣੀ ਜਿਹੜਾ ਉਹਨਾਂ ਦਾ ਤੀਰ ਹੁੰਦਾ ਸੀ ਉਸ ਦੇ ਉੱਤੇ ਸੋਨਾ ਲਗਾਉਂਦੇ ਹੁੰਦੇ ਸੀਗੇ। ਇਸ ਤੋਂ ਵੱਡੀ ਫਿਲੈਂਥਰੋਪੀ ਉਹ ਕੀ ਹੋ ਸਕਦੀ ਹੈ ਕਿ ਤੁਸੀਂ ਆਪਣਾ ਜਿਹੜਾ ਐਨਮੀ ਹੈ ਉਸ ਦੀ ਕਫਨ ਦਫਨ ਵਾਸਤੇ ਪਹਿਲੇ ਇੰਤਜ਼ਾਮ ਕਰ ਰਹੇ ਹੋ। ਇਹਦਾ ਮਤਲਬ ਯੂ ਆਰ ਲੁਕਿੰਗ ਬਿਯੋਂਡ ਦੈਟ, ਰਾਈਟ? ਔਰ ਉਹ ਆਪਣੇ ਸਿੰਘਾਂ ਨੂੰ ਉਸ ਲੈਵਲ ਤੱਕ ਐਨਕਰੇਜ ਕਰ ਰਹੇ ਨੇ ਕਿ ਤੁਸੀਂ ਐਨਮੀ ਨੂੰ ਐਨਮੀ ਨਾ ਦੇਖੋ, ਉਸ ਨੂੰ ਵੀ ਉਸੇ ਤਰ੍ਹਾਂ ਮਲਮ ਪੱਟੀ ਕਰੋ, ਪਾਣੀ ਦਿਓ, ਰੋਟੀ ਦਿਓ। ਔਰ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਉਹ ਮਰਸੀਫੁਲ ਨੇ, ਕੰਪੈਸ਼ਨੇਟ ਨੇ, ਰਾਈਟ? ਸੋ I think I'll pause here because ਆਪਾਂ ਬਹੁਤਾ ਇਸ 'ਚ ਟਾਈਮ ਨਹੀਂ ਲਗਾਉਣ ਦੀ ਕੋਸ਼ਿਸ਼ ਕਰਨੀ। ਪਰ ਇਹ ਹੈ ਕਿ ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਵੈਰੀ ਬਰੀਫਲੀ ਇੱਕ ਸਕੈਚ ਆਪਾਂ ਦੇਖਣ ਦੀ ਕੋਸ਼ਿਸ਼ ਕਰੀਏ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਸਨ, ਉਹਨਾਂ ਦੀ ਕੀ ਸ਼ਖਸੀਅਤ ਸੀ। ਆਪਾਂ ਅਕਸਰ ਕਹਿ ਤੇ ਦਿੰਦੇ ਹਾਂ ਕਿ ਉਹ ਇੱਕ ਸੰਤ ਸਿਪਾਹੀ ਸਨ, ਵਿਦਵਾਨ ਸਨ, ਠੀਕ ਹੈ? ਪਰ ਉਹ ਜਿਹੜੀਆਂ ਕੁਆਲਿਟੀਜ਼ ਨੇ, ਉਹਨਾਂ ਕੁਆਲਿਟੀਜ਼ ਨੂੰ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਹਾਂ, ਔਰ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਸਿੰਘ ਸਨ, ਜਿਹੜੇ ਉਹਨਾਂ ਦੇ ਨਾਲ ਸਨ, ਉਹਨਾਂ ਦੇ ਦਰਬਾਰ 'ਚ ਸਨ, ਭਾਈ ਨੰਦ ਲਾਲ ਜੀ ਦਾ ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਿੱਤਾ ਹੈ, ਕਿ ਉਹਨਾਂ ਦੀ ਲਿਖਤਾਂ ਤੋਂ ਅਸੀਂ ਕਿਸ ਤਰ੍ਹਾਂ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ
ਬੈਟਰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਗੁਰੂ ਸਾਹਿਬ ਦੀ ਜਿਹੜੀ ਪਰਸਨੈਲਿਟੀ ਸੀ। ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਇੱਥੇ ਪੌਜ਼ ਕਰਾਂਗਾ ਔਰ ਸੰਗਤ ਨੂੰ ਬੇਨਤੀ ਕਰਾਂਗਾ, ਆਪ ਸਭ ਬਹੁਤ ਵਿਦਵਾਨ ਹੋ, ਆਪ ਜੀ ਆਪਣੀ ਗਾਈਡੈਂਸ ਜਿਹੜੀ ਹੈ ਉਹ ਦਿਓ ਕਿ ਆਪ ਦਾ ਕੀ ਵਿਚਾਰ ਹੈ ਗੁਰੂ ਸਾਹਿਬ ਦੇ ਬਾਰੇ, ਕਿ ਅਸੀਂ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ ਉਸ ਨੂੰ ਆਪਾਂ ਬੈਟਰ ਅੰਡਰਸਟੈਂਡ ਕਰ ਸਕਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਪਣੀ ਬਹੁਤ ਥੋੜੀ ਜਿਹੀ ਸਮਝ ਮੁਤਾਬਿਕ ਜੋ ਮਟੀਰੀਅਲ ਇਕੱਠਾ ਕਰਕੇ ਇੱਕ ਆਪਣੀ ਸੋਚ ਨੂੰ ਐਕਸਪ੍ਰੈਸ ਕਰ ਸਕਦਾ ਸੀ, ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਗਤ ਜਿਹੜੀ ਹੈ, ਗੁਰੂ ਸਾਹਿਬ ਜਿਹੜੇ ਨੇ ਉਹ ਗਾਈਡ ਕਰਨ ਵਾਲੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।